अस्सलाम वालेकुम वीरो। कौमां दी ज़िंदगी 'ਚ ਸਟੇਟਸ ਕੋ ਦੀ ਬਦਲੀ ਵਾਸਤੇ, ਤਬਦੀਲੀ ਵਾਸਤੇ ਜਾਂ ਇਨਕਲਾਬ ਵਾਸਤੇ ਜਿਹੜਾ ਉਭਾਰ ਹੈ ਉਹ ਵਰਿਆਂ 'ਚ ਪੈਦਾ ਹੁੰਦਾ ਹੈ, ਕਦੀ ਸਦੀਆਂ ਲੱਗ ਜਾਂਦੀਆਂ ਨੇ ਉਹਨੂੰ ਪੈਦਾ ਹੁੰਦਿਆਂ। ਖੁਸ਼ਕਿਸਮਤੀ ਔਰ ਬਦਕਿਸਮਤੀ ਦੋਵੇਂ ਸਾਡੇ ਨਾਲ ਕਿ ਪਾਕਿਸਤਾਨ 'ਚ ਇਹ ਉਭਾਰ 4 ਵਾਰੀ ਪੈਦਾ ਹੋਇਆ ਕਮ ਸੇ ਕਮ, ਜਿਹੜਾ ਮੈਨੂੰ ਯਾਦ। ਇੱਕ ਉਭਾਰ ਉਹ ਸੀ ਜਿਹੜਾ ਅਯੂਬ ਦੇ ਬਾਅਦ ਇਲੈਕਸ਼ਨ ਹੋਏ, ਜਿਸ ਵਿੱਚ ਸ਼ੇਖ ਮੁਜੀਬੁਰ ਰਹਿਮਾਨ ਵਾਜ਼ੇ ਅਕਸਰੀਅਤ ਲਈ ਔਰ ਇਧਰ ਭੁੱਟੋ ਨੇ, ਔਰ ਬੰਗਾਲ ਦੇ ਅਲੱਗਾ ਹੋਣ ਤੋਂ ਬਾਅਦ ਉਹ ਜਿਹੜਾ ਉਭਾਰ ਸੀ, ਉਹ ਜਿਹੜਾ ਇਨਕਲਾਬ ਸੀ, ਜਮਹੂਰੀ ਇਨਕਲਾਬ, ਉਹ ਸਾਰੇ ਦਾ ਸਾਰਾ ਭੁੱਟੋ ਸਾਹਿਬ ਦੇ ਖਾਤੇ 'ਚ ਆ ਗਿਆ। ਹੁਣ ਭੁੱਟੋ ਸਾਹਿਬ ਨੇ ਕੀ ਕੀਤਾ ਕਿ ਉਹਨਾਂ ਦੀ ਜਿਹੜਾ ਇਹ ਉਭਾਰ ਸੀ, ਤਬਦੀਲੀ ਸੀ, ਇਨਕਲਾਬ ਸੀ, ਉਹਨੇ ਕੁਛ ਡਿਲੀਵਰ ਕੀਤਾ, ਕੁਛ ਡਿਲੀਵਰ ਨਾ ਕਰ ਸਕਿਆ। ਉਹ 1977 ਤੱਕ ਕਾਫੀ ਹੱਦ ਤੱਕ ਉਹ ਜਿਹੜਾ ਇਨਕਲਾਬ ਸੀ ਉਹ ਨਿਊਟਰਲਾਈਜ਼ ਹੋ ਚੁੱਕਿਆ ਸੀ। ਪੀਪਲਸ ਪਾਰਟੀ ਦੀਆਂ ਅੰਦਰੂਨੀ ਸਾਜ਼ਿਸ਼ਾਂ ਦੇ ਕਾਰਨ, ਜਿਹੜੇ ਕਿ ਅੰਦਰ ਇਹਨਾਂ ਦੇ ਲੋਕ ਮੌਜੂਦ ਸਨ ਔਰ ਬਾਹਰ ਜਿਹੜੇ ਸਰਮਾਇਆਦਾਰ ਮੌਜੂਦ ਸੀ, ਉਹਦੀ ਵਜ੍ਹਾ ਤੋਂ ਉਹ ਕਿਸੇ ਹੱਦ ਤੱਕ ਨਿਊਟਰਲਾਈਜ਼ ਹੋ ਚੁੱਕਿਆ ਸੀ 77 'ਚ। ਔਰ ਜਿਹੜਾ ਬਚ ਗਿਆ ਸੀ ਉਹਨੂੰ ਫਾਇਲ ਲਾ ਕੇ ਮੁਕੰਮਲ ਤੌਰ 'ਤੇ ਉਹ ਇਨਕਲਾਬ ਜਿਹੜਾ ਉਹ ਬਾਹਰ ਤਹਿਲੀਲ ਕਰ ਦਿੱਤਾ ਭੁੱਟੋ ਦਾ। ਅੱਛਾ, ਉਸ ਤੋਂ ਬਾਅਦ 11 ਸਾਲ ਦਾ ਦੌਰ ਆਮਰੀਅਤ ਦਾ ਰਿਹਾ ਜਨਰਲ ਜ਼ਿਆਉਲ ਹਕ ਦਾ। ਉਹਦੇ ਵਿੱਚ ਭੁੱਟੋ ਦੀ ਫਾਂਸੀ ਕਾਰਨ ਇੱਕ ਵਾਰ ਹੋਰ ਪੈਦਾ ਹੋਇਆ, ਕਿਉਂਕਿ ਉਹ ਰਹਿੰਦੇ ਪਾਕਿਸਤਾਨ ਜਿਹੜਾ ਬਚ ਗਿਆ ਸੀ ਮਗਰਬੀ ਪਾਕਿਸਤਾਨ, ਉਹਦਾ ਤਾਂ ਮਕਬੂਲ ਤਰੀਨ ਲੀਡਰ ਸੀ। ਤੇ ਉਹਦੇ ਰੱਦੇ ਅਮਲ 'ਚ ਕਿ ਕਾਮਰ ਦੀ ਹਕੂਮਤ 'ਚ ਇੱਕ ਮਾਸ਼ਾਅੱਲਾ ਦੇ ਦੌਰ 'ਚ ਇੱਕ ਸਿਆਸੀ ਜਮਹੂਰੀ ਵਜ਼ੀਰ ਆਜ਼ਮ ਜਿਹੜਾ ਕਿ ਮਕਬੂਲ ਤਰੀਨ ਲੀਡਰ ਵੀ ਸੀ, ਉਹਨੂੰ ਫਾਂਸੀ ਲੱਗੀ। ਉਹ ਇੱਕ ਉਭਾਰ, ਇੱਕ ਰੱਦੇ ਅਮਲ, ਇੱਕ ਗੁੱਸਾ ਆਵਾਮ ਦੇ ਵਿੱਚ ਫੇਰ ਪੈਦਾ ਹੋਇਆ। ਔਰ ਜਦੋਂ ਜਨਰਲ ਜ਼ਿਆਉਲ ਹਕ ਤਿਆਰੇ 'ਚ ਮਾਰਿਆ ਗਿਆ ਤੇ 88 ਦੇ ਇਲੈਕਸ਼ਨ ਤੋਂ ਬਾਅਦ ਉਹ ਉਦੋਂ ਕੰਪਰੋਮਾਈਜ਼ ਹੋ ਗਿਆ, ਜਦੋਂ ਮੁਹਤਰਮਾ ਬੇਨਜ਼ੀਰ ਭੁੱਟੋ ਸ਼ਹੀਦ ਨੇ ਹਕੂਮਤ ਕਬੂਲ ਕਰ ਲਈ। ਇੱਕ ਐਸੀ ਹਕੂਮਤ ਕਿ ਜਿਹਦੇ ਮੁਕਾਬਲੇ 'ਚ ਮਹੱਲਾਤੀ ਸਾਜ਼ਿਸ਼ਾਂ ਦੇ ਤੌਰ 'ਤੇ IGI ਬਣੀ ਸੀ, ਔਰ IGI ਬਣਾਈ ਇਸ ਵਾਸਤੇ ਗਈ ਸੀ ਕਿ ਇਹ ਕੋਈ ਵਾਜ਼ੇ ਅਕਸਰੀਅਤ ਐਸੀ ਨਾ ਮਿਲ ਜਾਏ ਕਿਤੇ ਮੁਹਤਰਮਾ ਨੂੰ ਕਿ ਜਿਹਦੇ ਨਾਲ ਬਹੁਤ ਵੱਡੀ ਤਬਦੀਲੀ ਉਹ ਕਰਨ 'ਚ ਕਾਮਯਾਬ ਹੋ ਜਾਏ ਜਾਂ ਇਸ ਮੁਲਕ ਦਾ ਸਟੇਟਸ ਕੋ ਬਦਲਣ ਵਿੱਚ ਕਾਮਯਾਬ ਹੋ ਜਾਏ। ਸਾਮਰਾਜੀ ਸਟੇਟਸ ਕੋ, ਆਮਰੀਅਤਾਂ ਦਾ ਸਟੇਟਸ ਕੋ, ਉਹ ਬਦਲਣ 'ਚ ਉਹ ਕਾਮਯਾਬ ਨਾ ਹੋ ਜਾਏ, ਇਸ ਵਾਸਤੇ IGI ਬਣਾਈ ਗਈ। ਮੁਹਤਰਮਾ ਨੇ ਕੰਪਰੋਮਾਈਜ਼ ਕੀਤਾ ਔਰ ਕੰਪਰੋਮਾਈਜ਼ ਦੀ ਸੂਰਤ 'ਚ ਉਹ ਇਨਕਲਾਬ ਵੀ ਤਹਿਲੀਲ ਹੋ ਗਿਆ। ਫਿਰ ਇੱਕ ਹੋਰ ਜਿਹੜਾ ਇਨਕਲਾਬ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਤਹਿਲੀਲ ਹੁੰਦਾ, ਉਹ ਵੇਖਿਆ ਇਫਤਖਾਰ ਚੌਧਰੀ ਦਾ, ਵੁਕਲਾ ਤਹਿਰੀਕ ਦਾ। ਅੱਛਾ, ਭੁੱਟੋ ਦਾ ਇਨਕਲਾਬ ਫਿਰ ਵੀ ਜਿਹੜਾ ਸੀ ਉਹ ਤਹਿਲੀਲ ਹੋਇਆ, ਲੇਕਿਨ ਕੁਛ ਨਾ ਕੁਛ ਡਿਲੀਵਰ ਕਰਨ 'ਚ ਕਾਮਯਾਬ ਰਿਹਾ। ਬੇਨਜ਼ੀਰ ਦਾ ਕੰਪਰੋਮਾਈਜ਼ ਹੋ ਗਿਆ ਸ਼ੁਰੂ 'ਚ ਹੀ, ਉਹ ਜ਼ਿਆਦਾ ਡਿਲੀਵਰ ਨਹੀਂ ਕਰ ਸਕਿਆ। ਇਫਤਖਾਰ ਚੌਧਰੀ ਦਾ ਜਿਹੜਾ ਇਨਕਲਾਬ ਸੀ ਸੋ ਕਾਲਡ, ਉਹ ਨਾ ਸਿਰਫ ਬੁਰੀ ਤਰ੍ਹਾਂ ਤਹਿਲੀਲ ਹੋਇਆ ਬਲਕਿ ਉਹਨੂੰ ਤੁਸੀਂ ਫਰਾਡ ਕਹਿ ਸਕਦੇ ਹੋ। ਪਾਕਿਸਤਾਨ ਦੀ ਤਾਰੀਖ ਦਾ ਮਤਲਬ ਸਭ ਤੋਂ ਵੱਡਾ ਜਾਂ ਦੂਜਾ ਵੱਡਾ ਫਰਾਡ ਉਹ ਸੀ ਵੁਕਲਾ ਤਹਿਰੀਕ। ਵੁਕਲਾ ਤਹਿਰੀਕ ਨੂੰ ਤੁਸੀਂ ਪਾਕਿਸਤਾਨ ਦੀ ਤਾਰੀਖ ਦਾ ਪਹਿਲੇ ਜਾਂ ਦੂਜੇ ਨੰਬਰ ਦਾ ਫਰਾਡ ਕਹਿ ਸਕਦੇ ਹੋ। ਉਸ ਤੋਂ ਬਾਅਦ ਜੀ ਪੀਪਲਸ ਪਾਰਟੀ, ਤੁਹਾਨੂੰ ਪਤਾ ਬੇਨਜ਼ੀਰ ਦੇ ਰੱਦੇ ਅਮਲ 'ਚ ਉਹਨਾਂ ਨੂੰ ਗਵਰਨਮੈਂਟ ਮਿਲੀ, ਉਹ ਉਸ ਤਰ੍ਹਾਂ ਮੈਨੇਜ ਨਹੀਂ ਕਰ ਸਕੇ। ਪ੍ਰੋਪੇਗੰਡਾ ਹਮੇਸ਼ਾ ਦੀ ਤਰ੍ਹਾਂ ਰਿਹਾ ਉਹਨਾਂ ਖਿਲਾਫ, ਲੇਕਿਨ ਉਹਨਾਂ ਦੀ ਕਾਰਕਰਦਗੀ ਵੀ ਐਸੀ ਨਹੀਂ ਸੀ ਕਿ ਉਹਨਾਂ ਚੀਜ਼ਾਂ 'ਤੇ ਕਾਬੂ ਪਾਇਆ ਹੁੰਦਾ। ਲੇਕਿਨ ਜਿਹੜਾ ਚੌਥਾ ਇਨਕਲਾਬ ਹਾਲੀਆ ਤਾਰੀਖ 'ਚ ਅਸੀਂ ਦੇਖਿਆ ਬਹੁਤ ਵੱਡਾ, ਜਿਹਦੇ 'ਚ ਸਟੇਟਸ ਕੋ ਵੀ ਬਦਲਣ ਦੀ ਪੂਰੀ ਤਾਕਤ ਮੌਜੂਦ ਸੀ, ਉਮੀਦ ਮੌਜੂਦ ਸੀ, ਤਵੱਕੋ ਮੌਜੂਦ ਸੀ। ਉਸ ਉਭਾਰ 'ਚ ਆਵਾਮ ਦੇ ਜਜ਼ਬਾਤ ਦੀ ਸ਼ਿੱਦਤ ਵੀ ਇੰਤਹਾਈ ਅਰੂਜ 'ਤੇ ਸੀ। ਉਹ ਸੀ ਇਹ ਝੂਠੀ ਤਬਦੀਲੀ ਦਾ ਇਨਕਲਾਬ, ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਇਹਦੇ ਵਿੱਚ ਟਾਈ ਹੈ। ਇਹ ਜਾਂ ਤਾਂ ਇਫਤਖਾਰ ਚੌਧਰੀ ਦਾ ਜਿਹੜਾ ਵੁਕਲਾ ਤਹਿਰੀਕ ਸੀ ਉਹ ਸਭ ਤੋਂ ਵੱਡਾ ਫਰਾਡ ਸੀ ਪਾਕਿਸਤਾਨ ਦੀ ਤਾਰੀਖ ਦਾ, ਜਾਂ ਇਹ ਤਬਦੀਲੀ 2018 ਇਮਰਾਨ ਖਾਨ, ਇਹ ਸਭ ਤੋਂ ਵੱਡਾ ਫਰਾਡ ਹੈ ਪਾਕਿਸਤਾਨ ਦੀ ਤਾਰੀਖ ਦਾ। ਇਹ ਵੀ ਫੈਸਲਾ ਔਖਾ ਹੈ, ਲੇਕਿਨ ਮੈਂ ਚੂँਕਿ ਬਰਾਹ ਰਾਸਤ ਉਹ ਵੁਕਲਾ ਤਹਿਰੀਕ ਸੀ, ਇਹ ਜਮਹੂਰੀ ਇੱਕ ਸੋਚ ਬਦਲਣ ਦੀ ਗੱਲ ਸੀ, ਜਿਹਦੇ ਵਿੱਚ ਮਤਲਬ ਦੋ ਵੱਡੀਆਂ ਰਵਾਇਤੀ ਜਮਾਤਾਂ ਨੂੰ ਸ਼ਿਕਸਤ ਦੇ ਕੇ ਇੱਕ ਤੀਜੀ ਆਪਸ਼ਨ ਸਾਹਮਣੇ ਲਿਆਂਦੀ ਗਈ। ਹੁਣ ਇੰਟਰਸਟਿੰਗਲੀ ਅਗਰ ਤੁਸੀਂ ਥੋੜ੍ਹਾ ਜਿਹਾ ਬਗੌਰ ਜਾਇਜ਼ਾ ਲਓ, ਅਸੀਂ ਤਾਂ ਸਤਹੀ ਸੋਚ ਦੇ ਮਾਲਕ ਲੋਕ ਹਾਂ, ਉੱਤੋਂ ਚੀਜ਼ਾਂ ਨੂੰ ਵੇਖ ਕੇ ਅਸੀਂ ਨਤੀਜੇ ਕੱਢ ਲੈਂਦੇ ਹਾਂ।
ਹਕੀਕਤ ਇਹ ਵੇ ਕਿ ਜਿਵੇਂ 22 ਖਾਨਦਾਨਾਂ ਦੇ 2200 ਖਾਨਦਾਨ ਹੋ ਚੁੱਕੇ ਸਨ, ਤੇ ਉਸੇ ਲਿਹਾਜ਼ ਨਾਲ ਹੁਣ ਇਹ ਵੀ ਜ਼ਰੂਰਤ ਸੀ ਐਸਟੈਬਲਿਸ਼ਮੈਂਟ ਦੀ ਕਿ ਦੋ ਜਿਹੜੀਆਂ ਸਟੇਟਸ ਕੋ ਦੀਆਂ ਜਮਾਤਾਂ ਸਨ ਉਹਨਾਂ ਦੇ ਨਾਲ ਤੀਜੀ ਜਮਾਤ ਵੀ ਖੜੀ ਕੀਤੀ ਜਾਏ, ਤਾਂ ਕਿ ਉਹ ਜਿਹੜੇ 22 ਤੋਂ 2200 ਖਾਨਦਾਨ ਬਣ ਗਏ ਨੇ ਉਹਨਾਂ ਦੀ ਨਫਰੀ ਵੀ ਇੱਥੇ ਪੂਰੀ ਹੋ ਜਾਏ, ਔਰ ਜਿਹੜੇ ਰਹਿ ਗਏ ਨੇ ਇਕਤਦਾਰ ਤੋਂ ਉਮਰਾ ਦੇ ਐਲੀਟਸ ਦੇ ਜਿਹੜੇ ਬਾਲ ਰਹਿ ਗਏ ਸਨ ਸਿਆਸਤ ਤੋਂ ਬਾਹਰ, ਜਾਂ ਉਹ ਐਲੀਟ ਜਿਹੜੀ ਇਹਨਾਂ ਦੋ ਜਮਾਤਾਂ ਦਾ ਹਿੱਸਾ ਨਹੀਂ ਸੀ, ਸਟੇਟਸ ਕੋ ਦਾ ਹਿੱਸਾ ਸੀ, ਉਹਦੇ ਵਾਸਤੇ ਥਾਂ ਬਣਾਉਣ ਵਾਸਤੇ ਇਹ ਤਰੀਕੇ ਇਨਸਾਫ ਦੇ ਨਾਂ ਦੇ ਨਾਲ ਇੱਕ ਤੀਜੀ ਜਮਾਤ ਸਾਹਮਣੇ ਲਿਆਂਦੀ ਗਈ। ਔਰ ਜ਼ੁਲਮ ਇਹ ਕੀਤਾ ਗਿਆ ਕਿ ਉਹ ਜਮਾਤ ਦੀ ਬੁਨਿਆਦ ਉਸ ਫਿਤਰੀ ਇਬਾਰ 'ਤੇ ਰੱਖੀ ਗਈ ਜਿਹੜਾ ਕਿ ਮੈਂ ਸਮਝਦਾ ਬੜਾ ਜੈਨੂਅਨ ਸੀ। ਮਤਲਬ ਪੀਪਲਸ ਪਾਰਟੀ ਤੇ ਨੂਨ ਲੀਗ ਤੋਂ ਲੋਕ ਹਕੀਕਤਨ ਬੇਜ਼ਾਰ ਸਨ, ਔਰ ਮੈਂ ਇਹਦੇ 'ਤੇ ਅੱਜ ਵੀ ਕਾਇਮ ਹਾਂ। ਕੱਲ੍ਹ ਵੀ ਮੈਂ ਇਹ ਗੱਲ ਕਰਦਾ ਰਿਹਾ ਔਰ ਆਇੰਦਾ ਵੀ ਕਰਦਾ ਰਹਾਂਗਾ ਕਿ ਇਹ ਹਕੀਕਤਨ ਇਹ ਦੋ ਜਮਾਤਾਂ ਨੇ ਆਵਾਮ ਨੂੰ ਸ਼ਦੀਦ ਮਾਯੂਸ ਕੀਤਾ ਹੋਇਆ ਸੀ, ਜਿਸ ਕਾਰਨ ਇਸ ਤੀਜੀ ਦਾ ਵੈਕਿਊਮ ਬਣਿਆ ਔਰ ਲੋਕਾਈ ਵਿੱਚ ਜਿਹੜੇ ਲੋਅਰ ਮਿਡਲ ਕਲਾਸ ਜਾਂ ਮਿਡਲ ਕਲਾਸ ਦੀ ਸਪੋਰਟ ਹਾਸਲ ਹੋਈ, ਉਹਦੀ ਵਜ੍ਹਾ ਇਹੀ ਬਣੀ। ਹੁਣ ਇਹਨੇ ਆ ਕੇ ਕੀ ਕੰਮ ਕੀਤਾ ਕਿ ਇਹਨੇ ਆ ਕੇ, ਉਹ ਕੋਈ ਕਮਲਾ ਸੀ, ਮਾਂ ਦਾ ਇਕੱਲਾ ਪੁੱਤਰ ਸੀ, ਉਹ ਕਿਤੇ ਪੁਲਿਸ ਦਾ ਟੈਸਟ ਦੇ ਆਇਆ ਤੇ ਉਹਨੇ ਆਖਿਆ ਬੇਬੇ ਜਿੱਦਣ ਮੈਂ ਥਾਣੇਦਾਰ ਭਰਤੀ ਹੋ ਗਿਆ ਸਭ ਤੋਂ ਪਹਿਲਾਂ ਤੈਨੂੰ ਅੰਦਰ ਕਰਾਂਗਾ। ਤੇ ਉਹ ਮਾਂ ਨੇ ਆਖਿਆ ਉਹਨੇ ਰੱਬ ਸ਼ਾਇਦ ਨਾ ਕਰੀ ਨਾ ਹੀ ਭਰਤੀ ਹੋਵੇਂ। ਤੇ ਬਦਕਿਸਮਤੀ ਕੌਮ ਦੀ ਇਹ ਵੇ ਕਿ ਇਹ ਵਜ਼ੀਰ ਆਜ਼ਮ ਬਣ ਗਿਆ ਇਹ ਕਮਲਾ, ਔਰ ਇਸ ਕਮਲੇ ਨੇ ਵਜ਼ੀਰ ਆਜ਼ਮ ਬਣ ਕੇ ਸਭ ਤੋਂ ਪਹਿਲੇ ਉਹ ਮਾਂ ਵਾਲੀ ਗੱਲ ਕੀਤੀ, ਮਾਂ ਨੂੰ ਹੀ ਥਾਣੇ ਦਿੱਤਾ। ਸਭ ਤੋਂ ਪਹਿਲੇ ਇਹਨੇ ਉਸ ਅਵਾਮ ਨੂੰ ਰਗੜਾ ਮਾਰਿਆ ਜਿਹਨੇ ਇਹਦੇ ਵਾਸਤੇ ਵੋਟ ਕੀਤਾ ਸੀ। ਹੁਣ ਉਹ ਕਈ ਲੋਕ ਸਵਾਲ ਪੁੱਛਦੇ ਨੇ ਜੀ ਇਹਨੂੰ ਢਾਹ ਕੇ ਇਹਨੂੰ ਡੇਗ ਕੇ ਤੁਸੀਂ ਕਿਹਨੂੰ ਲਿਆਓਗੇ, ਕੀ ਆਪਸ਼ਨ ਹੈ? ਮੈਂ ਕਹਿੰਦਾ ਕਾਲਾ ਚੋਰ ਆ ਜਾਏ, ਇਹ ਨਾ ਰਵੇ, ਇਹ ਨਾ ਰਵੇ। ਕਾਲਾ ਚੋਰ ਆ ਜਾਏ, ਡਾਕੂ ਆ ਜਾਏ, ਜੋ ਮਰਜ਼ੀ ਆ ਜਾਏ, ਇਹ ਨਾ ਰਵੇ। ਇਸ ਵਾਸਤੇ ਕਿ ਇਹਨੇ ਬਰਾਹ ਰਾਸਤ ਇੱਕ ਆਮ ਆਦਮੀ ਦੀ ਜ਼ਿੰਦਗੀ ਮੁਤਾਸਰ ਕੀਤੀ, ਮੇਰੀ ਜ਼ਿੰਦਗੀ ਆਮ ਆਦਮੀ ਦੇ ਤੌਰ 'ਤੇ ਮੁਤਾਸਰ ਕੀਤੀ। ਮੈਂ ਕਿਉਂ ਨਾ ਸੜਕ 'ਤੇ ਨਿਕਲਾਂ, ਮੈਂ ਕਿਉਂ ਯੂਥੀਆਂ ਤਰ੍ਹਾਂ ਬੇਗੈਰਤੀ ਮੱਲੀ ਰੱਖਾਂ। ਇਹ ਜਿਹੜੇ ਯੂਥੀ ਹਸਬੀ ਨਸਬੀ ਬੇਗੈਰਤੀ ਮੱਲ ਕੇ ਚੁੱਪ ਬੈਠੇ ਹੋਏ ਸਨ ਇੰਨੇ ਅਰਸੇ ਤੋਂ, ਔਰ ਇੱਕ ਦੇ ਬਾਅਦ ਦੂਜੀ ਚੀਜ਼ ਮਹਿੰਗੀ, ਦੂਜੀ ਤੋਂ ਬਾਅਦ ਤੀਜੀ ਚੀਜ਼ ਮਹਿੰਗੀ, ਫਿਰ ਉਹ ਪਹਿਲੀ ਮਹਿੰਗੀ, ਫਿਰ ਉਹ ਦੂਜੀ ਤੀਜੀ ਮਹਿੰਗੀ, ਹਰ ਚੀਜ਼ ਮਹਿੰਗੀ ਕਰਦਿਆਂ ਕਰਦਿਆਂ ਇਹਨੇ ਇਸ ਸਤ੍ਹਾ 'ਤੇ ਸਾਨੂੰ ਪਹੁੰਚਾਤਾ, ਇਸ ਨਤੀਜੇ 'ਤੇ ਪਹੁੰਚਾਤਾ ਹੈ ਕਿ ਕਾਲਾ ਚੋਰ ਆ ਜਾਏ, ਇਹ ਮਨਹੂਸ ਇਨਸਾਨ ਇਮਰਾਨ ਖਾਨ ਨਿਆਜ਼ੀ ਵਜ਼ੀਰ ਆਜ਼ਮ ਨਾ ਰਵੇ। ਤੇ ਇਹਦੇ ਵਾਸਤੇ ਹੀ ਅਸੀਂ ਇਹ ਪੰਜਾਬ ਦੀ ਜਾਨ ਛੁਡਾਓ, ਪਾਕਿਸਤਾਨ ਦੀ ਜਾਨ ਛੁਡਾਓ ਔਰ ਗਰੀਬ ਦੀ ਜਾਨ ਛੁਡਾਓ ਦੇ ਤਹਿਤ ਇਹ ਰੈਲੀ ਰੱਖੀਏ, ਜਿਹਦੇ ਵਿੱਚ ਸਾਡਾ ਹਮੇਸ਼ਾ ਦਾ ਮੁਤਾਲਬਾ ਮਾਂ ਬੋਲੀ ਪੰਜਾਬੀ ਦੇ ਖਾਲੀ ਨਫਾਜ਼ ਦਾ ਨਹੀਂ। ਮੈਂ ਅੱਜ ਤੁਹਾਨੂੰ ਇਹ ਵੀ ਵਾਅਦੇ ਕਰ ਦਿਆਂ, ਜਿਹੜਾ ਕੋਈ ਕਹਿੰਦਾ ਹੈ ਨਾ ਜੀ ਖਾਲੀ ਪੰਜਵੀਂ ਤੱਕ ਕਾਇਦਾ ਇੱਕ ਪੰਜਾਬੀ ਦਾ ਲਾ ਕੇ ਸਾਡਾ ਮੱਥਾ ਡੰਮ ਦੇ, ਸਾਨੂੰ ਉਹ ਕਬੂਲ ਨਹੀਂ। ਕਿਸੇ ਹੋਰ ਨੂੰ, ਦੁਕਾਨਦਾਰ ਨੂੰ ਜਿਹਨੇ ਕਾਪੀਆਂ ਕਾਇਦੇ ਛਾਪਣੇ ਨੇ ਉਹਨੂੰ ਕਬੂਲ ਹੋਵੇ ਤੇ ਹੋਵੇ, ਸਾਨੂੰ ਇਹ ਕਬੂਲ ਨਹੀਂ। ਠੀਕ ਹੈ, ਜਿਹਨੇ ਕਰਾਉਣਾ ਕਰਾ ਲੈ ਇੱਕ ਕਾਇਦੇ ਨਾਲ। ਸਾਨੂੰ ਪੰਜਾਬੀ ਮੁਕੰਮਲ ਮੀਡੀਅਮ ਆਫ ਇੰਸਟਰਕਸ਼ਨ ਦੇ ਤੌਰ 'ਤੇ ਚਾਹੀਦੀ ਹੈ, ਔਰ ਅਦਬ ਤੋਂ ਲੈ ਕੇ ਸੋਸ਼ਲ ਸਾਇੰਸਿਸ ਦੇ ਸਾਰੇ ਮਜ਼ਾਮੀਨ ਤੱਕਰ ਇਨਕਲੂਡਿੰਗ ਇਸਲਾਮੀਆਤ, ਮੁਤਾਲਿਆ ਪਾਕਿਸਤਾਨ, ਇਹ ਸਾਰੇ ਸਾਨੂੰ ਪੰਜਾਬੀ 'ਚ ਤਰਜਮੇ 'ਚ ਚਾਹੀਦੇ ਨੇ। ਠੀਕ ਹੈ, ਪਿਓਰ ਸਾਇੰਸਿਸ ਦੀ ਮੈਂ ਅੱਗੇ ਵੀ ਗੱਲ ਕਰ ਚੁੱਕਿਆ, ਉਹਨਾਂ ਦੀ ਸਾਨੂੰ ਟਰਾਂਸਲੇਸ਼ਨ ਦੀ ਲੋੜ ਨਹੀਂ, ਉਹਨਾਂ ਦਾ ਮੀਡੀਅਮ ਆਫ ਇੰਸਟਰਕਸ਼ਨ ਪੰਜਾਬੀ ਰੱਖਿਆ ਜਾਏ। ਇਹ ਲੋਕਾਂ ਦੀ ਗਲਤਫਹਿਮੀ ਦੂਰ ਕਰਨ ਵਾਸਤੇ ਮੈਂ ਦੁਬਾਰਾ ਗੱਲ ਕਰ ਰਿਹਾ। ਠੀਕ ਹੈ, ਤੇ ਤੀਜੀ ਗੱਲ ਇਹ ਵੇ ਕਿ ਉਰਦੂ ਅਗਰ ਵਫਾਕੇ ਪਾਕਿਸਤਾਨ ਦੀ ਜ਼ੁਬਾਨ ਹੈ, ਅਗਰ ਰਾਬਤੇ ਦੀ ਜ਼ੁਬਾਨ ਹੈ, ਤੇ ਉਹਦਾ ਲਿਟਰੇਚਰ ਦੇ ਵਿੱਚ ਸ਼ਾਮਲ ਹੋਣਾ ਕੋਈ ਜ਼ਰੂਰੀ ਨਹੀਂ। ਉਹਨੂੰ ਜ਼ੁਬਾਨ ਤੇ ਲਿਟਰੇਚਰ ਦੋ ਡਿਫਰੈਂਟ ਡਿਸਪਲਿਨ ਨੇ। ਇਹ ਪਾਕਿਸਤਾਨ ਦੇ ਲੈਫਟ ਦੇ ਜਾਹਿਲ ਸਕਾਲਰਸ ਔਰ ਰਾਈਟ ਦੇ ਜਾਹਿਲ ਸਕਾਲਰਸ ਜਿਹੜੇ ਮਰ ਗਏ ਨੇ, ਜਿਹੜੇ ਜੀਂਦੇ ਨੇ, ਉਹਨਾਂ ਨੂੰ ਮੈਂ ਦੱਸਣਾ ਚਾਹਨਾ ਕਿ ਇਹ ਬਹੁਤ ਵੱਡੇ ਜਾਹਿਲਾਨਾ ਕਨਸੈਪਟ ਹੈ। ਪੂਰੀ ਦੁਨੀਆ ਦੇ ਵਿੱਚ ਇਹ ਦੋ ਵੱਖੋ ਵੱਖ ਡਿਸਪਲਿਨ ਨੇ, ਲੈਂਗੁਏਜ ਦਾ ਔਰ ਲਿਟਰੇਚਰ ਦਾ। ਲਿਹਾਜ਼ਾ ਉਰਦੂ ਨੂੰ ਸਿਰਫ ਲੈਂਗੁਏਜ ਦੇ ਤੌਰ 'ਤੇ ਪੜ੍ਹਾਇਆ ਜਾਏ। ਅਗਰ ਉਹ ਰਾਬਤੇ ਦੀ ਜ਼ੁਬਾਨ ਹੈ, ਅਗਰ ਉਹ ਵਫਾਕੇ ਪਾਕਿਸਤਾਨ ਦੇ ਵਿੱਚ ਰਾਬਤੇ ਦਾ ਕੰਮ ਕਰਨ ਦੀ ਜ਼ੁਬਾਨ ਹੈ, ਤੇ ਉਹਨੂੰ ਸਿਰਫ ਜ਼ੁਬਾਨ ਦੇ ਤੌਰ 'ਤੇ, ਇੱਕ ਮਜ਼ਮੂਨ ਦੇ ਤੌਰ 'ਤੇ, ਜ਼ੁਬਾਨ ਦੇ ਤੌਰ 'ਤੇ ਪੜ੍ਹਾਇਆ ਜਾਏ, ਬਲਕਿ ਸਿਖਾਇਆ ਜਾਏ। ਠੀਕ ਹੈ, ਜਿਵੇਂ ਲੈਂਗੁਏਜ 'ਚ ਮਾਸਟਰਸ ਹੁੰਦਾ ਹੈ, ਉਸੇ ਤਰ੍ਹਾਂ ਜਾਂ ਲੈਂਗੁਏਜ ਸਿਖਾਈ ਜਾਂਦੀ ਹੈ,
ਉਸੇ ਤਰ੍ਹਾਂ ਇਹਨੂੰ ਡੀਲ ਕੀਤਾ ਜਾਏ। ਇੱਥੇ ਕੋਈ ਮੀਰ ਅਨੀਸ ਮੀਰ ਦਬੀਰ, ਕੋਈ ਗਾਲਬ ਮਿਰਜ਼ਾ ਗਾਲਬ ਇੱਥੋਂ ਦੀਆਂ ਧਰਤੀਆਂ ਦਾ ਨਹੀਂ। ਉਹਨਾਂ ਦੇ ਸਾਨੂੰ ਅਦਬ ਵਿੱਚ ਉਹਨਾਂ ਨੂੰ ਪੜ੍ਹਨ ਦੀ ਸਾਨੂੰ ਲੋੜ ਨਹੀਂ। ਬੁੱਲਾ ਵਾਰਿਸ ਹੈ ਇੱਥੇ, ਸ਼ਾਹ ਲਤੀਫ ਹੈ ਇੱਥੇ, ਰਹਿਮਾਨ ਬਾਬਾ ਹੈ ਇੱਥੇ, ਠੀਕ ਹੈ। ਬਲੋਚਿਸਤਾਨ ਦੇ ਵੀ ਬਜ਼ੁਰਗ ਇੱਥੇ ਨੇ, ਉਹ ਪੜ੍ਹਾਏ ਜਾਣ। ਹਰ ਸੂਬੇ ਦੇ ਆਪਣੇ ਆਪਣੇ ਬਜ਼ੁਰਗ, ਉਹ ਪੜ੍ਹਾਏ ਜਾਣ। ਸੂਬੇ ਦਾ ਜੁਗਰਾਫੀਆ ਪੜ੍ਹਾਇਆ ਜਾਏ ਉਹਨਾਂ ਦੀ ਸੂਬਾਈ ਜ਼ਬਾਨਾਂ 'ਚ, ਸੂਬਾਈ ਕੌਮੀ ਜ਼ਬਾਨਾਂ 'ਚ। ਇਹ ਸਾਡਾ ਮੁਤਾਲਬਾ ਬੁਨਿਆਦੀ। ਔਰ ਤਾਰੀਖ ਪੜ੍ਹਾਈ ਜਾਏ, ਰਹਿਤਲ ਪੜ੍ਹਾਈ ਜਾਏ, ਸਮਾਜ ਪੜ੍ਹਾਇਆ ਜਾਏ ਮਕਾਮੀ ਕਿਰਦਾਰਾਂ ਦੇ ਨਾਲ, ਮਕਾਮੀ ਹੀਰੋਜ਼ ਦੇ ਨਾਲ। ਨਾ ਤਾਂ ਅਫਗਾਨਿਸਤਾਨ ਦੇ ਵਾਰਲਾਡ ਸਾਨੂੰ ਪੜ੍ਹਾਏ ਜਾਣ, ਨਾ ਤੁਰਕੀ ਦੇ ਵਾਰਲਾਡ ਸਾਨੂੰ ਦੱਸੇ ਜਾਣ। ਇਹਨਾਂ ਧਰਤੀਆਂ ਦੇ ਮੁਜਾਹਿਦ ਸਾਨੂੰ ਦੱਸੇ ਜਾਣ, ਰਾਏ ਅਹਿਮਦ ਖਾਨ ਖਰਲ ਵਰਗੇ ਔਰ ਦੁੱਲੇ ਭੱਟੀ ਵਰਗੇ ਰਿਬੈਲ, ਤੇ ਉਹ ਪੜ੍ਹਾਏ ਜਾਣ। ਸੋ ਇੱਧਰ ਵਾਪਸ ਆਉਂਦੇ ਹਾਂ, ਮੈਂ ਉਹ ਗੱਲ ਉੱਧਰ ਚਲੀ ਗਈ। ਇਸ ਬੰਦੇ ਨੇ, ਇਸ ਇਮਰਾਨ ਖਾਨ ਨੇ ਸਾਨੂੰ ਇੰਨਾ ਤੰਗ ਕਰ ਦਿੱਤਾ ਹੈ ਕਿ ਹੁਣ ਬਰਦਾਸ਼ਤ ਸਾਡੀ ਮੁੱਕ ਗਈ ਹੈ। ਅਸੀਂ ਹੋਰ ਇਹਨੂੰ ਬਰਦਾਸ਼ਤ ਇੱਕ ਲਮ੍ਹਾ ਨਹੀਂ ਕਰਨਾ ਚਾਹੁੰਦੇ। ਅਸੀਂ ਜਦੋਜਹਿਦ ਕਰਾਂਗੇ, ਸਾਨੂੰ ਜੇਲ੍ਹਾਂ 'ਚ ਸਿੱਟਣ, ਲੇਕਿਨ ਇਹ ਬੰਦਾ ਹੁਣ ਸਾਨੂੰ ਕਬੂਲ ਨਹੀਂ। ਇਹ ਬੰਦਾ ਸਾਨੂੰ ਹੁਣ ਕਬੂਲ ਨਹੀਂ। ਕਿਸੇ ਵੀ ਆਮ ਆਦਮੀ ਨੂੰ, ਜਿਹੜਾ ਵੀ ਸ਼ਊਰ ਆਦਮੀ ਹੈ, ਉਹ ਸਮਝ ਸਕਦਾ ਹੈ ਕਿ ਇਹ ਸਾਨੂੰ ਕਿਉਂ ਕਬੂਲ ਨਹੀਂ। ਇਸ ਵਾਸਤੇ ਨਹੀਂ ਕਿ ਅਸੀਂ ਚਾਹੁੰਦੇ ਹਾਂ ਕਿ ਜ਼ਰਦਾਰੀ ਆ ਜਾਏ ਜਾਂ ਨਵਾਜ਼ ਆ ਜਾਏ, ਨਹੀਂ। ਲੇਕਿਨ ਮੈਂ ਅੱਗੇ ਗੱਲ ਕਰਤੀ, ਕਾਲਾ ਚੋਰ ਆ ਜਾਏ ਪਰ ਇਹ ਨਾ ਰਵੇ। ਇਹਦੇ ਵਾਸਤੇ ਤੁਹਾਨੂੰ ਸਾਰੇ ਵੀਰਾਂ ਨੂੰ ਬੇਨਤੀ ਹੈ, 17 ਅਕਤੂਬਰ ਬਰੋਜ਼ ਹਫਤਾ 2 ਵਜੇ ਦੁਪਹਿਰ ਪ੍ਰੈਸ ਕਲੱਬ ਦੇ ਸਾਹਮਣੇ ਇਕੱਠਾ ਹੋਣਾ। ਜਿਹਦਾ ਮਸਲਾ ਮਾਂ ਬੋਲੀ ਹੈ, ਜਿਹਦਾ ਮਸਲਾ ਪੰਜਾਬ ਦੀ ਵੰਡ ਹੈ, ਜਿਹਦਾ ਮਸਲਾ ਰੋਟੀ ਹੈ ਔਰ ਗਰੀਬ ਹੈ, ਔਰ ਜਿੰਦੀ ਇਸ ਮਹਿੰਗਾਈ ਨਾਲ ਜ਼ਿੰਦਗੀ ਤੰਗ ਹੈ, ਮੈਂ ਉਮੀਦ ਕਰਦਾ ਕਿ ਉਹ ਸਾਡੇ ਨਾਲ ਆ ਕੇ ਜ਼ਰੂਰ ਖਲੋਏਗਾ। ਰੱਬ ਰਾਖਾ। ਔਰ ਇੱਕ ਆਖਰੀ ਜੁਮਲਾ ਮੈਂ ਤੁਹਾਨੂੰ ਹਦੀਆ ਕਰਦਾ ਜਾਂ, ਇਫਤਖਾਰ ਚੌਧਰੀ ਤੇ ਇਮਰਾਨ ਖਾਨ ਨਿਆਜ਼ੀ ਦੌਰੇ ਜਦੀਦ ਦੇ ਮੀਰ ਜਾਫਰ ਤੇ ਮੀਰ ਸਾਦਕ ਨੇ। ਰੱਬ ਰਾਖਾ ਜੀ।